शिलोंग ਦੇ ਸਿੱਖਾਂ ਨੂੰ ਲੈ ਕੇ ਚਿੰਤਾ ਲਗਾਤਾਰ ਬਣੀ ਰਹੀ ਹੈ ਕਿ ਇੰਨਾ ਲੰਮਾ ਸਮਾਂ ਹੋ ਗਿਆ। ਹੁਣ ਦੀ ਸਰਕਾਰ ਜਿਹੜੀ ਉੱਥੇ ਦੀ ਹੈਗੀ, ਜਿਹੜੀ ਬੀਜੇਪੀ ਦੀ ਭਾਈਵਾਲਤਾ ਦੇ ਨਾਲ ਬਣੀ ਹੋਈ ਹੈ, ਉਹਨਾਂ ਦੇ ਸਿੱਧੇ ਫੈਸਲੇ ਕਿ ਉਹਨਾਂ ਨੂੰ ਇਵੈਕੂਏਟ ਕੀਤਾ ਜਾਊਗਾ, ਉੱਥੋਂ ਕੱਢਿਆ ਜਾਊਗਾ। 7 ਦਿਨਾਂ ਦਾ ਪਹਿਲਾਂ ਨੋਟਿਸ ਜਾਰੀ ਕਰਤਾ, ਪਰ ਕੁਝ ਕੁ ਬ੍ਰੇਕ ਲੱਗੀ, ਪਰ ਫਿਰ ਵੀ ਤਲਵਾਰ ਹਲੇ ਲਟਕ ਰਹੀ ਹੈ ਉਹਨਾਂ ਤੇ। ਜਿਹੜਾ ਮੋਦੀ ਸਾਹਿਬ ਦਾ ਸਲੋਗਨ ਹੈ ਨਾ, ਸਬਕਾ ਸਾਥ ਸਬਕਾ ਵਿਕਾਸ, ਉਹ ਬੋਗਸ ਸਲੋਗਨ ਹੈ। ਉਸ ਦਾ ਕੋਈ ਮਤਲਬ ਨਹੀਂ। ਜਿਹੜਾ ਸਬਕਾ ਸਾਥ ਸਬਕਾ ਵਿਕਾਸ ਹੈ ਨਾ, ਜਿਹੜੇ 2.5 ਕਰੋੜ ਸਿੱਖ ਆ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਉਹਨਾਂ ਨੂੰ 130 ਦੀ ਬਜਾਏ 127 ਕਰੋੜ ਦੀ ਗੱਲ ਕਰਨੀ ਚਾਹੀਦੀ ਹੈ। ਸਾਡੇ ਜਿਹੜੇ ਵਿਚਾਰੇ ਉਹ ਸਿੱਖ ਉੱਥੇ ਵਸਦੇ ਆ, ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਔਰ ਸਦੀਆਂ ਤੋਂ ਵਸਦੇ ਆ ਉੱਥੇ। ਇਹ ਤਾਂ ਨਹੀਂ ਵੀ ਹੁਣੇ ਗਏ ਆ ਉੱਥੇ, ਔਰ ਉਹ ਕੋਈ ਕਿਸੇ ਦੀ ਐਕਸਪਲੋਇਟੇਸ਼ਨ ਨਹੀਂ ਕਰਦੇ। ਜਿੱਥੇ ਵੀ ਰਹਿੰਦੇ ਆ ਉੱਥੇ ਪ੍ਰੋਡਕਟਿਵ ਸਿਟੀਜ਼ਨਸ ਹੈਗੇ ਸਿੱਖ। ਪਰ ਬਦਕਿਸਮਤੀ ਦੀ ਗੱਲ ਆ ਤੇ ਸ਼ਿਲੋਂਗ ਦੇ ਵਿੱਚ ਵਸਦੇ ਜਿਹੜੇ ਗਰੀਬ ਸਿੱਖ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਅਪਰੂਟ ਕੀਤਾ ਜਾ ਰਿਹਾ। ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਿੰਦਾ, ਜਿਹੜਾ ਕਹਿੰਦਾ ਸਾਡੀ ਸਿਰਮੌਰ ਸਿੱਖਾਂ ਦੀ ਜਥੇਬੰਦੀ ਆ, ਉਹ ਤਾਂ ਬਿਲਕੁਲ ਹੀ ਚੁੱਪ ਕਰ ਗਿਆ। ਪੰਜਾਬ ਦੇ ਜਿਹੜੇ ਜਾਗਰੂਕ ਸਿੱਖ ਆ, ਉਹ ਚਿੰਤਤ ਆ ਸ਼ਿਲੋਂਗ ਦੇ ਸਿੱਖਾਂ ਦੀ ਤਕਲੀਫ ਦੇ ਉੱਤੇ। ਤੋਂ ਉਸ ਤਕਲੀਫ ਤੇ ਦੁੱਖ ਦਰਦ ਨੂੰ ਦੂਰ ਕਰਨ ਦੇ ਲਈ ਇੱਥੇ ਦੀਆਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੈਂਟਰ ਨੂੰ ਮਜਬੂਰ ਕਰਨਾ ਚਾਹੀਦਾ ਵੀ ਇਹ ਜ਼ਾਤੀ ਨਾ ਹੋਵੇ ਉਹਨਾਂ ਦੇ ਨਾਲ। ਜੇ ਅਸੀਂ ਗੱਲ ਕਰੀਏ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਪ੍ਰਿੰਸੀਪਲ ਨੇ ਗੁਰਜੀਤ ਸਿੰਘ, ਮੇਰੀ ਕੱਲ੍ਹ ਹੀ ਉਹਨਾਂ ਦੇ ਨਾਲ ਗੱਲਬਾਤ ਹੋਈ। ਸਾਫ਼ ਤੌਰ 'ਤੇ ਕਹਿੰਦੇ ਕਿ ਪਿਛਲੇ ਕਈ ਦਿਨਾਂ ਤੋਂ ਨਾ ਤਾਂ ਪੰਜਾਬ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ, ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਨਾ ਹੀ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਉਹਨਾਂ ਦਾ ਹਾਲ ਕੀ ਹੈਗਾ। ਲੱਗਦਾ ਕਿ ਚਿੰਤਾ ਦੀ ਗੱਲ ਹੈ। ਸੁਖਬੀਰ ਬਾਦਲ, ਉਹਨਾਂ ਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਔਰ ਜਿਹੜਾ ਵੱਡਾ ਬਾਦਲ ਆ ਪ੍ਰਕਾਸ਼ ਸਿੰਘ ਬਾਦਲ, ਉਹਨੂੰ ਸਿੱਧੇ ਤੌਰ ਦੇ ਉੱਤੇ ਟੈਲੀਫੋਨ ਦੇ ਉੱਤੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰੇ ਵੀ ਸਾਡੇ ਲੋਕਾਂ ਦੇ ਨਾਲ ਕਿੰਨੇ ਧੱਕੇਸ਼ਾਹੀ ਹੋ ਰਹੀ ਆ, ਕਿੰਨਾ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਪਾਇਆ ਜਾ ਰਿਹਾ, ਅਪਰੂਟ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਉੱਥੋਂ ਦੇ ਲੋਕਾਂ ਨੇ ਉੱਥੇ ਦੇ ਵਿਕਾਸ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਬਹੁਤ ਸਾਰੇ ਨੌਜਵਾਨ ਜਿਹੜੇ ਸਿੱਖ ਸੀਗੇ, ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਸੀਗੇ, ਉਹ ਟਾਈਟਲ ਜਿੱਤਦੇ ਰਹੇ ਨੇ ਬੋਡੀ ਬਿਲਡਿੰਗ ਦੇ ਵਿੱਚ ਜਾਂ ਵੱਖ-ਵੱਖ ਚੀਜ਼ਾਂ ਦੇ ਵਿੱਚ। ਤਾਂ ਲੱਗਦਾ ਕਿ ਸਰਕਾਰਾਂ ਇਸ ਤਰੀਕੇ ਨਾਲ ਜਦੋਂ ਦਰਕਨਾਰੀ ਕਰਦੀਆਂ ਨੇ ਤਾਂ ਲੋਕਾਂ ਦੀ ਜਿਹੜੀ ਮੋਰਲ ਇੱਕ ਸਪਿਰਿਟ ਹੁੰਦੀ ਆ ਵੀ ਖਰਾਬ ਹੋ ਜਾਂਦੀ, ਖਤਮ ਹੋ ਜਾਂਦੀ। ਉਹ ਮਤਲਬ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ, ਗੱਲ ਕਰਦੇ ਆ ਸਰਬੱਤ ਦੇ ਭਲੇ ਦੀ, ਗੱਲ ਕਰਦੇ ਆ ਮਤਲਬ ਮਤਲਬ ਉਹਨਾਂ ਦੇ ਵਿਕਾਸ ਦੀ। ਵਿਕਾਸ ਸਿੱਖਾਂ ਦਾ ਤਾਂ ਹੋ ਹੀ ਨਹੀਂ ਰਿਹਾ। ਸਿੱਖਾਂ ਦਾ ਤਾਂ ਉਜਾੜਾ ਹੋ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ। ਚਾਰੇ ਪਾਸੇ ਸਾਡੇ ਨਾਲ ਮਤਲਬ ਕਿਸ ਤਰੀਕੇ ਦਾ ਧੱਕਾ ਹੋ ਰਿਹਾ ਸਾਡੇ ਲੋਕਾਂ ਦੇ ਨਾਲ, ਕਿੰਨੀ ਬੇਇਨਸਾਫੀ ਹੋ ਰਹੀ, ਕਿੰਨੀ ਗੈਰ ਕਾਨੂੰਨੀ। ਕੋਈ ਸਾਡੇ ਤੇ ਤਾਂ ਵਿਧਾਨ ਲਾਗੂ ਨਹੀਂ ਕੀਤਾ ਉਹਨਾਂ ਨੇ। ਲੱਗਦਾ ਕਿ ਸਰਕਾਰ ਦੇ ਲਈ ਅਦਾਲਤਾਂ ਦੀ ਹੁਣ ਕੋਈ ਉਸ ਤਰੀਕੇ ਦੀ ਵੈਲਿਊ ਨਹੀਂ ਰਹਿ ਗਈ ਤੇ ਉਹ ਆਪਣੀ ਮਰਜ਼ੀ ਨਾਲ ਜੋ ਕਰਨਾ ਚਾਹੁੰਦੇ ਉਹ ਕਰ ਰਹੇ ਨੇ। 3 ਦਿਨ 4 ਦਿਨ ਲਗਾਤਾਰ ਆਹੀ ਦਿਨ 1 2 3 4 ਨਵੰਬਰ ਲਗਾਤਾਰ ਕਤਲੋਗਾਰਤ ਸਿੱਖਾਂ ਦਾ ਦਿੱਲੀ ਤੋਂ ਬਾਹਰ ਹੋ ਰਿਹਾ। ਤੇ ਦਿੱਲੀ ਦਾ ਹਾਈ ਕੋਰਟ ਆ ਜੋ ਬਿਲਕੁਲ ਚੁੱਪ ਕਰਕੇ ਬੈਠਾ, ਸੂਓ ਮੋਟੋ ਨੋਟਿਸ ਹੀ ਨਹੀਂ ਲੈ ਰਿਹਾ। ਇੰਨਾ ਵੱਡਾ ਮਤਲਬ ਉਹਨਾਂ ਦਾ ਸਵਾਰਥ ਆ ਆਪਣਾ ਆਪ ਦੇ ਲਈ, ਆਪਣੇ ਪਰਿਵਾਰਾਂ ਦੇ ਲਈ, ਆਪਣੇ ਪਰਿਵਾਰਾਂ ਦੇ ਮੈਂਬਰਾਂ ਲਈ। ਦੂਜੇ ਪਾਸੇ ਉਹ ਸੋਚ ਹੀ ਨਹੀਂ ਸਕਦੇ। ਤੋ ਇਹ ਸਿੱਖਾਂ ਦੇ ਲੀਡਰ ਨਹੀਂ, ਇਹ ਸਿਰਫ ਤੇ ਸਿਰਫ ਆਪਣੀ ਮਤਲਬ ਖੱਲ ਬਚਾਉਣ ਦੇ ਲਈ, ਆਪਣੀਆਂ ਜਿਹੜੀਆਂ ਜਿਸ ਕਿਸਮ ਦੀਆਂ ਉਹਨਾਂ ਨੇ ਰਿਸ਼ਵਤਖੋਰੀਆਂ ਕੀਤੀਆਂ, ਧੱਕੇਜੋਰੀਆਂ ਕੀਤੀਆਂ, ਹੇਰਾ ਫੇਰੀਆਂ ਕੀਤੀਆਂ, ਠੱਗੀਆਂ ਕੀਤੀਆਂ, ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਨੀਚੇ ਲੱਗੇ ਰਹਿੰਦੇ ਆ ਸੈਂਟਰ ਦੇ। ਚਾਹੇ ਅਮਰਿੰਦਰ ਸਿੰਘ ਆ, ਚਾਹੇ ਚੰਨੀ ਆ, ਚਾਹੇ ਨਵਜੋਤ ਸਿੰਘ ਸਿੱਧੂ ਆ, ਜਾਂ ਦੂਸਰੇ ਆ ਬੀਜੇਪੀ ਦੇ ਲੀਡਰ ਆ, ਇਸੇ ਤਰੀਕੇ ਨਾਲ ਅਕਾਲੀ ਦਲ ਆ, ਸੁਖਬੀਰ ਬਾਦਲ ਆ, ਉਹਨੂੰ ਪਤਾ ਨਹੀਂ ਕੀ ਹੋ ਰਿਹਾ। ਉਹਨੂੰ ਪਤਾ ਸਾਰਿਆਂ ਨੂੰ ਕੀ ਹੋ ਰਿਹਾ, ਪਰ ਚੁੱਪੀ ਸਾਧੀ ਹੋਈ ਹੈ। ਤਾਂ ਉਹ ਕੋਈ ਵੀ ਗੱਲ ਨਾ ਤਾਂ ਮੋਦੀ ਨੂੰ ਕਹਿਣ ਦੀ ਹਿੰਮਤ ਰੱਖਦੇ ਆ, ਨਾ ਅਮਿਤ ਸ਼ਾਹ ਨੂੰ ਕਹਿਣ ਦੀ ਕਿ ਹਿੰਮਤ ਰੱਖਦੇ ਆ, ਨਾ ਕਿਸੇ ਹੋਰ ਨੂੰ ਕਹਿਣ ਦੀ ਹਿੰਮਤ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਸ਼ਿਲੋਂਗ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਗਏ ਸੀ। ਉੱਥੇ ਦੇ ਧਰਾਤਲ ਦੇ ਹਾਲਾਤ ਕੀ ਨੇ, ਉੱਥੇ ਦੇ ਸਿੱਖਾਂ ਦੇ ਹਾਲਾਤ ਕੀ ਨੇ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਨੂੰ ਉੱਥੋਂ ਕੱਢਣ ਦੀ, ਪੰਜਾਬੀ ਲੇਨ ਦੇ ਵਿੱਚੋਂ ਕੱਢਣ ਦੀ ਤਲਵਾਰ ਹੱਲੇ ਵੀ ਲਟਕੀ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਸਾਡੀ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਸਰਕਾਰ ਦਾ ਰਵੱਈਆ ਹਾਲੇ ਵੀ ਉਹੀ ਹੈ ਕਿ ਤੁਹਾਨੂੰ ਇੱਥੋਂ ਕੱਢਿਆ ਜਾਵੇਗਾ, ਕਿਉਂਕਿ ਉਹ ਆਪਣੇ ਹਿਸਾਬ ਦੇ ਨਾਲ ਉੱਥੇ ਆਪਣੇ ਵੱਡੇ ਮੌਲ ਜਾਂ ਆਪਣੇ ਤਰੀਕੇ ਦੀ ਉਸਾਰੀ ਕਰਵਾਉਣਾ ਚਾਹੁੰਦੇ ਨੇ। ਜਿਹੜਾ ਪੰਜਾਬੀ ਲੇਨ ਵਾਲਾ ਬੜਾ ਬਾਜ਼ਾਰ ਵਾਲਾ ਇਲਾਕਾ ਹੈਗਾ, ਉਹ ਬੜੇ
ਪੌਰਸ਼ ਇਲਾਕੇ ਦੇ ਵਿੱਚ ਆ ਗਿਆ, ਬੜੇ ਬਾਜ਼ਾਰ ਵਾਲੇ ਇਲਾਕੇ ਦੇ ਵਿੱਚ ਆ ਗਿਆ। ਇਸ ਕਰਕੇ ਉਹਨਾਂ ਨੂੰ ਉੱਥੋਂ ਕੱਢ ਕੇ ਆਪਣੇ ਹਿਸਾਬ ਨਾਲ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ। ਇਸੇ ਕਰਕੇ ਉਹਨਾਂ ਦੀਆਂ ਚਿੰਤਾਵਾਂ ਬਹੁਤ ਵੱਡੇ ਪੱਧਰ ਤੇ ਵਧੀਆਂ ਹੋਈਆਂ ਨੇ। ਸਾਡੇ ਨਾਲ ਅੱਜ ਸਿੱਖ ਚਿੰਤਕ ਗੁਰਦਰਸ਼ਨ ਸਿੰਘ ਢਿੱਲੋਂ ਨੇ ਇਸ ਮਸਲੇ ਮੁਤਾਬਕ ਵਿਸਥਾਰ ਦੇ ਵਿੱਚ ਚਰਚਾ ਕਰਨੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਮਸਲਾ ਹੈਗਾ, ਇਹਨੂੰ ਜਿਸ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ, ਕਿਉਂ ਨਹੀਂ ਲਿਆ ਜਾ ਰਿਹਾ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਬਾਰੇ ਪੰਜਾਬ ਦੀ ਸਰਕਾਰ, ਪੰਜਾਬ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਜ਼ਿੰਮੇਵਾਰੀ ਨਿਭਾ ਰਹੀਆਂ ਨੇ ਜਾਂ ਨਹੀਂ ਨਿਭਾ ਰਹੀਆਂ। ਸਰ, ਸਭ ਤੋਂ ਪਹਿਲਾਂ ਸਵਾਲ ਇਹੀ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਸ਼ਿਲੌਂਗ ਦੇ ਸਿੱਖਾਂ ਨੂੰ ਲੈ ਕੇ ਚਿੰਤਾ ਲਗਾਤਾਰ ਬਣੀ ਰਹੀ ਹੈ ਕਿ ਇੰਨਾ ਲੰਮਾ ਸਮਾਂ ਹੋ ਗਿਆ, ਹੁਣ ਦੀ ਸਰਕਾਰ ਜਿਹੜੀ ਉੱਥੇ ਦੀ ਹੈਗੀ, ਜਿਹੜੀ ਬੀਜੇਪੀ ਦੀ ਭਾਈਵਾਲਤਾ ਦੇ ਨਾਲ ਬਣੀ ਹੋਈ ਹੈ, ਉਹਨਾਂ ਦੇ ਸਿੱਧੇ ਫੈਸਲੇ ਕਿ ਉਹਨਾਂ ਨੂੰ ਇਵੈਕੂਏਟ ਕੀਤਾ ਜਾਊਗਾ, ਉੱਥੋਂ ਕੱਢਿਆ ਜਾਊਗਾ। 7 ਦਿਨਾਂ ਦਾ ਪਹਿਲਾਂ ਨੋਟਿਸ ਜਾਰੀ ਕਰਤਾ, ਪਰ ਕੁਝ ਕੁ ਬ੍ਰੇਕ ਲੱਗੀ, ਪਰ ਫਿਰ ਵੀ ਤਲਵਾਰ ਹਲੇ ਲਟਕ ਰਹੀ ਹੈ ਉਹਨਾਂ ਤੇ ਕਿ ਸਾਨੂੰ ਕੱਢ ਦਿੱਤਾ ਜਾਊਗਾ ਇੱਥੋਂ, ਸਾਨੂੰ ਚਿੰਤਾ ਦੀ ਗੱਲ ਹੈ, ਸਾਡੀ ਕੋਈ ਬਾਂਹ ਨਹੀਂ ਫੜ ਰਿਹਾ। ਦੇਖੋ, ਜਿਹੜਾ ਮੋਦੀ ਸਾਹਿਬ ਦਾ ਸਲੋਗਨ ਹੈ ਨਾ, ਸਬਕਾ ਸਾਥ ਸਬਕਾ ਵਿਕਾਸ, ਉਹ ਬੋਗਸ ਸਲੋਗਨ ਹੈ। ਉਸ ਦਾ ਕੋਈ ਮਤਲਬ ਨਹੀਂ। ਉਸ ਦੇ ਵਿੱਚੋਂ ਮੈਂ ਸਮਝਦਾ ਜਿਹੜਾ ਸਬਕਾ ਸਾਥ ਸਬਕਾ ਵਿਕਾਸ ਆ ਨਾ, ਜਿਹੜੇ 2.5 ਕਰੋੜ ਸਿੱਖ ਆ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਉਹਨਾਂ ਨੂੰ 130 ਦੀ ਬਜਾਏ 127 ਕਰੋੜ ਦੀ ਗੱਲ ਕਰਨੀ ਚਾਹੀਦੀ ਹੈ। ਤੋ ਸਿੱਖਾਂ ਦੇ ਨਾਲ ਹਰ ਪਹਿਲੂ 'ਤੇ ਵਿਤਕਰਾ ਹੋਇਆ, ਹੁੰਦਾ ਆ ਰਿਹਾ ਔਰ ਹੁੰਦਾ ਰਹੇਗਾ, ਕਿਉਂਕਿ ਸਿੱਖਾਂ ਦੀ ਆਪਣੀ ਧਾਰਮਿਕ ਵਿਲੱਖਣ ਹੈਸੀਅਤ ਹੈਗੀ ਹੈ, ਜਿਹੜੀ ਸਾਨੂੰ ਗੁਰੂਆਂ ਦੀ ਵਿਰਾਸਤ 'ਚ ਮਿਲੀ ਹੈ, ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ ਦੇ ਮੁਤਾਬਕ। ਤੋ ਸਾਡੇ ਨਾਲ ਹਰ ਪਹਿਲੂ ਦੇ ਉੱਤੇ ਧੱਕਾ ਹੋ ਰਿਹਾ, ਹਰ ਪਹਿਲੂ ਦੇ ਉੱਤੇ ਬੇਇਨਸਾਫੀ ਹੋ ਰਹੀ ਹੈ। ਇਸ ਮੁਲਕ ਦੇ ਕਾਨੂੰਨ ਜਿਹੜੇ ਆ ਸਾਡੇ 'ਤੇ ਲਾਗੂ ਨਹੀਂ ਹੋ ਰਹੇ। ਤੋ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਵਿਚਾਰੇ ਸਿੱਖ ਉੱਥੇ ਵਸਦੇ ਆ, ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਔਰ ਸਦੀਆਂ ਤੋਂ ਵਸਦੇ ਆ ਉੱਥੇ। ਇਹ ਤਾਂ ਨਹੀਂ ਵੀ ਹੁਣੇ ਗਏ ਆ ਉੱਥੇ, ਔਰ ਉਹ ਕੋਈ ਕਿਸੇ ਦੀ ਐਕਸਪਲੋਇਟੇਸ਼ਨ ਨਹੀਂ ਕਰਦੇ। ਜਿੱਥੇ ਵੀ ਰਹਿੰਦੇ ਆ ਉੱਥੇ ਪ੍ਰੋਡਕਟਿਵ ਸਿਟੀਜ਼ਨਸ ਹੈਗੇ ਸਿੱਖ, ਉੱਥੇ ਕੁਛ ਨਾ ਕੁਛ ਪ੍ਰੋਡਿਊਸ ਕਰਕੇ ਉਸ ਦੀ ਡਿਵੈਲਪਮੈਂਟ ਲਈ ਕੰਟਰੀਬਿਊਟ ਕਰਦੇ ਆ ਸਿੱਖ। ਪਰ ਬਦਕਿਸਮਤੀ ਦੀ ਗੱਲ ਆ ਅਤੇ ਸ਼ਿਲੌਂਗ ਦੇ ਵਿੱਚ ਵਸਦੇ ਜਿਹੜੇ ਗਰੀਬ ਸਿੱਖ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ, ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਅਪਰੂਟ ਕੀਤਾ ਜਾ ਰਿਹਾ, ਤਾਂ ਕਿ ਉਹਨਾਂ ਨੂੰ ਉੱਥੋਂ ਅਪਰੂਟ ਕਰਕੇ ਉੱਥੇ ਬੜੀਆਂ ਮੌਲਾਂ ਬਣਾ ਕੇ ਉੱਥੇ ਦੀ ਇਕਨੋਮਿਕ ਐਕਸਪਲੋਇਟੇਸ਼ਨ ਕੀਤੀ ਜਾਵੇ ਲੋਕਾਂ ਦੀ। ਤੋ ਇਸ ਬੇਇਨਸਾਫੀ ਦੇ ਖਿਲਾਫ ਖਾਸ ਤੌਰ 'ਤੇ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਉਹਨੂੰ ਬਹੁਤ ਵੱਡੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਿੰਦਾ, ਜਿਹੜਾ ਕਹਿੰਦਾ ਸਾਡੀ ਸਿਰਮੌਰ ਸਿੱਖਾਂ ਦੀ ਜਥੇਬੰਦੀ ਆ, ਉਹ ਤਾਂ ਬਿਲਕੁਲ ਹੀ ਚੁੱਪ ਕਰ ਗਿਆ, ਉਹ ਤਾਂ ਬਿਲਕੁਲ ਹੀ ਸਾਇਲੈਂਟ ਆ। ਅੱਜ ਦੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਕਾਂਗਰਸ ਦੀ, ਉਸ ਦੀ ਵੀ ਇਹ ਮੋਰਲ ਡਿਊਟੀ ਬਣਦੀ ਆ ਕਿ ਉਹਨਾਂ ਦੇ ਜਿਹੜਾ ਇਸ ਕਿਸਮ ਦੀ ਜ਼ਿਆਦਤੀ ਹੋ ਰਹੀ ਆ ਸ਼ਿਲੌਂਗ ਦੇ ਸਿੱਖਾਂ ਦੇ ਨਾਲ, ਉਸ ਨੂੰ ਆਵਾਜ਼ ਬੁਲੰਦ ਕਰਨ ਔਰ ਸੈਂਟਰ ਦੀ ਸਰਕਾਰ ਨੂੰ ਉਸ ਬਾਰੇ ਸੁਚੇਤ ਕਰਨ। ਤੋ ਇੱਥੇ ਦੀ ਜਿਹੜੀ ਬੀਜੇਪੀ ਪੰਜਾਬ ਦੀ ਹੈਗੀ ਆ, ਉਹਨਾਂ ਦੀ ਕੀ ਮੋਰਲ ਓਬਲੀਗੇਸ਼ਨ ਨਹੀਂ ਬਣਦੀ ਕਿ ਦਿੱਲੀ ਦੀ ਜਿਹੜੀ ਰੂਲਿੰਗ ਕਲਾਸ ਆ, ਰੂਲਿੰਗ ਪਾਰਟੀ ਆ, ਉਸ ਨੂੰ ਇਸ ਗੱਲ ਲਈ ਸੁਚੇਤ ਕਰਨ। ਤੋ ਪੰਜਾਬ ਦੇ ਜਿਹੜੇ ਜਾਗਰੂਕ ਸਿੱਖ ਆ, ਉਹ ਚਿੰਤਤ ਆ ਸ਼ਿਲੌਂਗ ਦੇ ਸਿੱਖਾਂ ਦੀ ਤਕਲੀਫ ਦੇ ਉੱਤੇ। ਤੋ ਉਸ ਤਕਲੀਫ ਅਤੇ ਦੁੱਖ ਦਰਦ ਨੂੰ ਦੂਰ ਕਰਨ ਦੇ ਲਈ ਇੱਥੇ ਦੀਆਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੈਂਟਰ ਨੂੰ ਮਜਬੂਰ ਕਰਨਾ ਚਾਹੀਦਾ ਵੀ ਇਹ ਜ਼ਿਆਦਤੀ ਨਾ ਹੋਵੇ ਉਹਨਾਂ ਦੇ ਨਾਲ। ਢਿੱਲੋਂ ਸਾਹਿਬ, ਜੇ ਅਸੀਂ ਗੱਲ ਕਰੀਏ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਪ੍ਰਿੰਸੀਪਲ ਨੇ ਗੁਰਜੀਤ ਸਿੰਘ ਮੇਰੀ, ਕੱਲ੍ਹ ਹੀ ਉਹਨਾਂ ਦੇ ਨਾਲ ਗੱਲਬਾਤ ਹੋਈ। ਸਾਫ਼ ਤੌਰ 'ਤੇ ਕਹਿੰਦੇ ਕਿ ਪਿਛਲੇ ਕਈ ਦਿਨਾਂ ਤੋਂ ਨਾ ਤਾਂ ਪੰਜਾਬ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ, ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਨਾ ਹੀ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਉਹਨਾਂ ਦਾ ਹਾਲ ਕੀ ਹੈਗਾ। ਲੱਗਦਾ ਕਿ ਚਿੰਤਾ ਦੀ ਗੱਲ ਹੈ ਵੀ ਜਿਨ੍ਹਾਂ ਤੋਂ ਉਮੀਦ ਹੁੰਦੀ ਹੈ ਵੀ ਕੋਈ ਬਾਹਰ ਬੈਠੇ ਸਿੱਖਾਂ ਨੂੰ, ਸਿਰਫ ਪੰਜਾਬ ਦੇ ਵਿੱਚ ਨਹੀਂ ਤਾਂ ਉਹਨਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਐਬਸੋਲਿਊਟਲੀ। ਦੇਖੋ, ਪੰਜਾਬ ਜਿਹੜੀ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਇਹ ਤਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਜਿਹੜੀ ਆਪਣੇ ਆਪ ਨੂੰ ਸਿਰਮੌਰ ਸਿੱਖਾਂ ਦੀ ਜਥੇਬੰਦੀ ਮੰਨਦੀ ਆ, ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਨੂੰ ਕਹਿੰਦੇ ਆ ਸੁਖਬੀਰ ਬਾਦਲ, ਉਹਨਾਂ ਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਔਰ ਜਿਹੜਾ ਵੱਡਾ ਬਾਦਲ ਆ ਪ੍ਰਕਾਸ਼ ਸਿੰਘ ਬਾਦਲ, ਉਹਨੂੰ ਸਿੱਧੇ ਤੌਰ ਦੇ ਉੱਤੇ ਟੈਲੀਫੋਨ ਦੇ ਉੱਤੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰੇ ਵੀ ਸਾਡੇ ਲੋਕਾਂ ਦੇ ਨਾਲ ਕਿੰਨੇ ਧੱਕੇਸ਼ਾਹੀ ਹੋ ਰਹੀ ਆ, ਕਿੰਨਾ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਪਾਇਆ ਜਾ ਰਿਹਾ, ਅਪਰੂਟ ਕੀਤਾ ਜਾ ਰਿਹਾ, ਔਰ ਉਹ ਵਿਚਾਰੇ ਅਪਰੂਟ ਹੋ ਕੇ ਕਿੱਥੇ ਜਾਣਗੇ। ਜਿਹੜਾ ਉਹਨਾਂ ਦਾ ਘਰ ਬਾਹਰ ਆ, ਉਹ ਤੁਸੀਂ ਖੋਹ ਰਹੇ ਹੋ। ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਕਿਸਮ ਦੀ ਗੱਲ ਉਜਾੜਾ ਹੋਇਆ ਨਹੀਂ, ਜਿਸ ਕਿਸਮ ਦਾ ਉਜਾੜਾ ਤੁਸੀਂ ਸਿੱਖਾਂ ਦਾ ਜਗ੍ਹਾ ਜਗ੍ਹਾ ਕਰ ਰਹੇ ਹੋ। ਔਰ ਖ਼ਾਸ ਤੌਰ 'ਤੇ ਉੱਥੇ ਉਹ ਵਿਚਾਰੇ ਕਾਮੇ ਲੋਕ ਆ, ਮਜ਼ਦੂਰੀ ਕਰਦੇ ਆ, ਰੋਟੀ ਰੋਜ਼ੀ ਖਾਂਦੇ ਆ, ਆਪਣੇ ਸ਼ੈਲਟਰ ਉਹਨਾਂ ਨੇ ਬਣਾਏ ਹੋਏ, ਜਿੱਥੇ ਉਹ ਆਪਣਾ ਜ਼ਿੰਦਗੀ ਬਸਰ ਕਰ ਰਹੇ ਆ। ਤੋ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਰਨਾ
ਔਰ ਉਹਨਾਂ ਦੇ ਉੱਤੇ ਡੈਮੋਕਲਿਸ ਸਵੋਰਡ ਜਿਹੜੀ ਟੰਗੀ ਰੱਖੀ ਆ ਸਿਰ ਦੇ ਉੱਤੇ ਔਰ ਲਮਕਾਈ ਰੱਖਣੀ ਤਾਂ ਕਿ ਉਹ ਵਿਚਾਰੇ ਸ਼ਾਂਤੀ ਦੇ ਨਾਲ ਕਿਸੇ ਜੀਵਨ ਆਪਣਾ ਬਤੀਤ ਹੀ ਨਾ ਕਰ ਸਕਣ। ਸਰ ਚਿੰਤਾ ਦੀ ਗੱਲ ਤਾਂ ਇਹ ਵੀ ਐਸੀ ਉੱਥੇ ਜਾ ਕੇ ਤਾਂ ਕਰਕੇ ਧਰਾਤਲ ਦੇ ਹਾਲਾਤ ਸਾਨੂੰ ਉੱਥੇ ਦੇ ਪਤਾ ਨੇ ਕਿ ਜ਼ਮੀਨੀ ਪੱਧਰ ਤੇ ਕੇਸ ਗੁਰਬਤ ਦੀ ਜ਼ਿੰਦਗੀ ਉਹ ਜੀ ਰਹੇ ਨੇ, ਉਹਨਾਂ ਨੂੰ ਪੱਕੇ ਮਕਾਨ ਨਹੀਂ ਬਣਾਉਣ ਦਿੱਤੇ ਜਾ ਰਹੇ, ਉਹ ਛੱਡਾਂ ਟਿੰਨਾਂ ਦੀਆਂ ਘਰਾਂ ਦੇ ਵਿੱਚ ਰਹਿ ਰਹੇ ਨੇ ਹਲੇ ਲੰਮਾ ਸਮਾਂ ਹੋ ਗਿਆ। ਇੱਥੋਂ ਤੱਕ ਕਿ ਉੱਥੋਂ ਦੇ ਲੋਕਾਂ ਨੇ ਉੱਥੇ ਦੇ ਵਿਕਾਸ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਬਹੁਤ ਸਾਰੇ ਨੌਜਵਾਨ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਸੀਗੇ ਉਹ ਟਾਈਟਲ ਜਿੱਤਦੇ ਰਹੇ ਨੇ ਬਾਡੀ ਬਿਲਡਿੰਗ ਦੇ ਵਿੱਚ ਜਾਂ ਵੱਖ-ਵੱਖ ਚੀਜ਼ਾਂ ਦੇ ਵਿੱਚ। ਤਾਂ ਲੱਗਦਾ ਕਿ ਸਰਕਾਰਾਂ ਇਸ ਤਰੀਕੇ ਨਾਲ ਜਦੋਂ ਦਰਕਨਾਰੀ ਕਰਦੀਆਂ ਨੇ ਤਾਂ ਲੋਕਾਂ ਦੀ ਜਿਹੜੀ ਮੋਰਲ ਇੱਕ ਸਪਿਰਿਟ ਹੁੰਦੀ ਆ ਵੀ ਖਰਾਬ ਹੋ ਜਾਂਦੀ, ਖਤਮ ਹੋ ਜਾਂਦੀ। ਦੇਖੋ ਲੋਕਾਂ ਨੂੰ ਡਿਮੋਰਲਾਈਜ਼ ਕਰ ਰਹੀ ਹੈ ਸਰਕਾਰ ਜਿਹੜੀ ਹੈ, ਉਹ ਮਤਲਬ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ, ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਮਤਲਬ ਇੱਕ ਮਤਲਬ ਉਹਨਾਂ ਦੇ ਵਿਕਾਸ ਸਿੱਖਾਂ ਦਾ ਤਾਂ ਹੋ ਹੀ ਨਹੀਂ ਰਿਹਾ, ਸਿੱਖਾਂ ਦਾ ਤਾਂ ਉਜਾੜਾ ਹੋ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ। ਔਰ ਖ਼ਾਸ ਤੌਰ 'ਤੇ ਉਸ ਜਗ੍ਹਾ 'ਤੇ ਜਿਹੜੀ ਛੋਟੀ ਜਿਹੀ ਸਟੇਟ ਆ, ਮੇਰਾ ਖਿਆਲ ਆ 20 ਲੱਖ ਦੀ ਟੋਟਲ ਆਬਾਦੀ ਹੈ ਮੇਘਾਲਿਆ ਦੀ, ਔਰ ਟੋਟਲ ਆਬਾਦੀ ਦੇ ਵਿੱਚ ਸ਼ਿਲੌਂਗ ਦੀ ਆਬਾਦੀ 2-2.5 ਲੱਖ ਹੋਏਗੀ। ਤੋ ਮਤਲਬ ਟਰਾਈਬਲ ਏਰੀਆ ਕਿਸ ਤਰੀਕੇ ਨਾਲ ਟਰਾਈਬਲ ਲੋਕਾਂ ਨੂੰ ਉਕਸਾਇਆ ਜਾ ਰਿਹਾ ਅਗੇਂਸਟ ਇਹ ਪਰਟੀਕੂਲਰ ਕਮਿਊਨਿਟੀ ਜਿਨ੍ਹਾਂ ਦਾ ਆਪਣਾ ਧਰਮ, ਆਪਣੀਆਂ ਟਰਡੀਸ਼ਨ, ਆਪਣੀਆਂ ਪ੍ਰੈਕਟਿਸਿਸ ਹੈਗੀਆਂ। ਤੋ ਇਸ ਗੱਲ ਦੇ ਉੱਤੇ ਬਹੁਤ ਜ਼ਰੂਰੀ ਤੌਰ ਦੇ ਉੱਤੇ ਧਿਆਨ ਦੇਣਾ ਚਾਹੀਦਾ। ਪੰਜਾਬ ਦੀਆਂ ਪੋਲੀਟੀਕਲ ਆਮ ਪਾਰਟੀ ਨੂੰ ਵੀ ਧਿਆਨ ਦੇਣਾ ਚਾਹੀਦਾ, ਜਿਹੜੀ ਕਿ ਪੰਜਾਬ ਦੇ ਵਿੱਚ ਆ ਕੇ ਆਪਣੇ ਮਤਲਬ ਰੂਟਸ ਬਣਾਉਣੀਆਂ ਚਾਹੁੰਦੀ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਨਾਲ ਜੁੜੇ ਹੋਏ ਉਹ ਲੋਕ ਹੈਗੇ ਜੋ ਵਿਚਾਰੇ ਸ਼ਿਲੌਂਗ ਦੇ ਵਿੱਚ ਜਿਨ੍ਹਾਂ ਦੇ ਨਾਲ ਇੰਨਾ ਧੱਕਾਸ਼ਾਹੀ ਹੋ ਰਹੀ ਹੈ। ਤੋ ਇਸੇ ਤਰੀਕੇ ਨਾਲ ਅਕਾਲੀ ਦਲ ਨੂੰ ਵੀ, ਇਸੇ ਤਰੀਕੇ ਨਾਲ ਕਾਂਗਰਸ ਨੂੰ ਵੀ, ਹੋਰ ਦੂਜੀਆਂ ਪਾਰਟੀਆਂ ਨੂੰ ਵੀ ਪੁਰਜ਼ੋਰ ਇਸ ਗੱਲ ਦੇ ਉੱਤੇ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਕਿ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਅਪਰੂਟ ਨਾ ਕੀਤਾ ਜਾਵੇ, ਉਹਨਾਂ ਨੂੰ ਪ੍ਰੋਪਰ ਮਕਾਨ ਜਿਸ ਤਰ੍ਹਾਂ ਛੱਤਾਂ ਉਹਨਾਂ ਨੂੰ ਸਿਕਿਉਰ ਅਤੇ ਸੇਫ ਜਿਹੜੀ ਆ ਉਹਨਾਂ ਦੀ ਅਕੋਮੋਡੇਸ਼ਨ ਹੋਣੀ ਚਾਹੀਦੀ ਹੈ। ਸਰ ਜਿਸ ਤਰੀਕੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰੀਏ, ਲੰਮਾ ਸਮਾਂ ਹੋ ਗਿਆ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਪੁਰਖਿਆਂ ਤੋਂ ਅੱਗੇ ਪੁਰਖੇ ਜਿਹੜੇ ਸੀਗੇ ਉੱਥੇ ਗਏ ਸੀ ਵੀ ਉੱਥੇ ਉਹਨਾਂ ਨੂੰ ਐਜ਼ ਅ ਸਵੀਪਰ ਲੈ ਕੇ ਗਏ ਸੀ, ਕੰਮ ਕਰਨਾ ਸੀਗਾ ਅਤੇ ਰਹਿਣ ਨੂੰ ਥਾਂ ਵੀ ਉੱਥੇ ਦਿੱਤੀ ਗਈ ਸੀ ਜਿੱਥੇ ਪੂਰਾ ਜੰਗਲ ਸੀਗਾ। ਅਤੇ ਇਹ ਮੈਨੂੰ ਲੱਗਦਾ ਕਿ ਬਾਬੇ ਨਾਨਕ ਦੀ ਕੌਮ ਜਿਹੜੀ ਹੈਗੀ ਜਿੱਥੇ ਜਾਂਦੀ ਬਰਕਤ ਹੋ ਜਾਂਦੀ ਹੈ। ਹੁਣ ਉੱਥੇ ਬਰਕਤ ਜਦੋਂ ਹੋ ਗਈ ਹੈ ਅਤੇ ਉਸ ਬਰਕਤ ਨੂੰ ਮਾਨਣ ਦੇ ਲਈ ਕਹਿੰਦੇ ਵੀ ਅਸੀਂ ਉਹਨਾਂ ਨੂੰ ਮਾਨਣ ਨਹੀਂ ਦੇਣਾ, ਉਹ ਅਸੀਂ ਮੰਨਾਂਗੇ। ਚਾਰੇ ਪਾਸੇ ਹੋ ਰਿਹਾ ਜੀ। ਰਾਜਸਥਾਨ ਦੇ ਵਿੱਚ ਵੀ ਜਿਹੜੇ ਲੋਕ ਉੱਥੇ ਇੱਥੋਂ ਗਏ ਜ਼ਮੀਨਾਂ ਖਰੀਦੀਆਂ ਉਹਨਾਂ ਦੇ ਨਾਲ ਇੰਤਕਾਲ ਨਹੀਂ ਹੋ ਰਹੇ, ਉਹਨਾਂ ਦੀ ਰਜਿਸਟਰੀਆਂ ਨਹੀਂ ਹੋ ਰਹੀਆਂ। ਇਸੇ ਤਰੀਕੇ ਨਾਲ ਯੂਪੀ ਦੇ ਵਿੱਚ ਹਮੇਸ਼ਾ ਥ੍ਰੈਟ ਰਹਿੰਦਾ, ਜਿਹੜੇ ਸਿੱਖ ਯੂਪੀ ਦੇ ਵਿੱਚ ਮਾਈਗ੍ਰੇਟ ਹੋਏ ਆ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੱਛ ਦੇ ਵਿੱਚ, ਗੁਜਰਾਤ ਦੇ ਵਿੱਚ ਕਿਸ ਤਰੀਕੇ ਨਾਲ ਮੋਦੀ ਅਪਰੂਵ ਕਰ ਰਿਹਾ। ਜਿਹੜੀਆਂ ਜ਼ਮੀਨਾਂ ਖਰੀਦੀਆਂ ਗਈਆਂ, ਜਿਨ੍ਹਾਂ ਦੀਆਂ ਰਜਿਸਟਰੀਆਂ ਹੋ ਗਈਆਂ, ਜਿਨ੍ਹਾਂ ਦੇ ਇੰਤਕਾਲ ਹੋ ਗਏ, ਜਿਨ੍ਹਾਂ ਦਾ ਪੋਜੈਸ਼ਨ ਉਹਨਾਂ ਦੇ ਕੋਲ ਔਰ ਉਹਨਾਂ ਨੇ ਆਬਾਦ ਕਰ ਲਈਆਂ। ਔਰ ਸੋ ਮਚ ਸੋ ਜਿਹੜੇ ਉੱਥੇ ਦੀ ਕੋਰਟ ਆ ਉਹਨਾਂ ਨੇ ਫੈਸਲੇ ਸਿੱਖਾਂ ਦੇ ਹੱਕ ਵਿੱਚ ਦਿੱਤੇ ਆ, ਲੇਕਿਨ ਬਾਵਜੂਦ ਇਸ ਗੱਲ ਦੇ ਮੋਦੀ ਸਾਹਿਬ ਆਪ ਸੁਪਰੀਮ ਕੋਰਟ ਦੇ ਵਿੱਚ ਗਏ ਅਗੇਂਸਟ ਦੀ ਡਿਸੀਜਨ ਆਫ ਦੀ ਗੁਜਰਾਤ ਹਾਈ ਕੋਰਟ ਇਨ ਫੇਵਰ ਆਫ ਦੀ ਸਿੱਖ ਕਮਿਊਨਿਟੀ। ਤੋ ਚਾਰੇ ਪਾਸੇ ਸਾਡੇ ਨਾਲ ਮਤਲਬ ਕਿਸ ਤਰੀਕੇ ਦਾ ਧੱਕਾ ਹੋ ਰਿਹਾ ਸਾਡੇ ਲੋਕਾਂ ਦੇ ਨਾਲ, ਕਿੰਨੀ ਬੇਇਨਸਾਫੀ ਹੋ ਰਹੀ, ਕਿੰਨੀ ਗੈਰ ਕਾਨੂੰਨੀ, ਕੋਈ ਸਾਡੇ ਤੇ ਤਾਂ ਵਿਧਾਨ ਲਾਗੂ ਨਹੀਂ ਕੀਤਾ ਉਹਨਾਂ ਨੇ। ਬੜੀ ਚਿੰਤਾ ਦੀ ਗੱਲ ਤੁਸੀਂ ਸਰ ਟੱਚ ਕੀਤੀ ਹੈ ਕਿ ਹਾਈ ਕੋਰਟ ਦੇ ਵਿੱਚੋਂ ਹੁਕਮ ਵੀ ਹੋਏ ਹੋਣ। ਸ਼ਿਲੌਂਗ ਦੀ ਅਸੀਂ ਗੱਲ ਕਰ ਲਈਏ, ਇੱਥੇ ਵੀ ਇਹੀ ਹੈ, ਇੱਥੇ ਸਟੇ ਮਿਲੀ ਹੋਈ ਹੈ ਕਿਉਂਕਿ ਉੱਥੇ ਦੇ ਜਿਹੜੇ ਪ੍ਰਿੰਸ ਸੀਗੇ ਉਸ ਵੇਲੇ ਦੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਪੱਟੇ 'ਤੇ ਜ਼ਮੀਨ ਦਿੱਤੀ ਸੀ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਇਹ ਸਿੱਖਾਂ ਦੀ ਜ਼ਮੀਨ ਆ, ਅਸੀਂ ਇਹਨਾਂ ਨੂੰ ਹਮੇਸ਼ਾ ਲਈ ਦਿੱਤੀ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤਾਂ ਸਟੇ ਮਿਲੀ ਹੋਈ ਆ ਹਾਈ ਕੋਰਟ ਤੋਂ। ਦੂਸਰੇ ਪਾਸੇ ਹੁਣ ਤੁਸੀਂ ਗੁਜਰਾਤ ਦਾ ਵੀ ਜ਼ਿਕਰ ਕੀਤਾ, ਲੱਗਦਾ ਕਿ ਸਰਕਾਰ ਦੇ ਲਈ ਅਦਾਲਤਾਂ ਦੀ ਹੁਣ ਕੋਈ ਉਸ ਤਰੀਕੇ ਦੀ ਵੈਲਿਊ ਨਹੀਂ ਰਹਿ ਗਈ ਅਤੇ ਉਹ ਆਪਣੀ ਮਰਜ਼ੀ ਨਾਲ ਜੋ ਕਰਨਾ ਚਾਹੁੰਦੇ ਉਹ ਕਰ ਰਹੇ ਨੇ। ਦੇਖੋ ਅਦਾਲਤਾਂ ਦਾ ਤਾਂ ਜਿਹੜਾ ਉਸ ਵੇਲੇ ਹੀ ਸਿੱਖਾਂ ਪ੍ਰਤੀ ਜਿਹੜਾ ਐਟੀਚਿਊਡ 1984 ਨਵੰਬਰ ਦੇ ਵਿੱਚ ਸਾਬਤ ਹੋ ਗਿਆ। 3 ਦਿਨ 4 ਦਿਨ ਲਗਾਤਾਰ ਆਹੀ ਦਿਨ 1 2 3 4 ਨਵੰਬਰ ਲਗਾਤਾਰ ਕਤਲੋਗਾਰਤ ਸਿੱਖਾਂ ਦਾ ਦਿੱਲੀ ਤੋਂ ਬਾਹਰ ਹੋ ਰਿਹਾ ਅਤੇ ਦਿੱਲੀ ਦਾ ਹਾਈ ਕੋਰਟ ਆ ਜੋ ਬਿਲਕੁਲ ਚੁੱਪ ਕਰਕੇ ਬੈਠਾ, ਸੂਓ ਮੋਟੋ ਨੋਟਿਸ ਹੀ ਨਹੀਂ ਲੈ ਰਿਹਾ। ਹੁਣ ਕੋਈ ਕਿਸੇ ਜਗ੍ਹਾ ਪੁਲ ਦੇ ਉੱਤੇ ਮਾੜਾ ਜਿਹਾ ਰਸ਼ ਹੋ ਜੇ ਜਾਂ ਕਿਤੇ ਟੋਲ ਪਲਾਜ਼ੇ 'ਤੇ ਮਾੜੀ ਜਿਹੀ ਪ੍ਰੋਬਲਮ ਆ ਜੇ, ਉਸੇ ਵੇਲੇ ਉੱਥੇ ਦਿੱਲੀ 'ਚ ਸੁਪਰੀਮ ਕੋਰਟ ਬੈਠਾ, ਸੁਪਰੀਮ ਕੋਰਟ ਸੂਓ ਮੋਟੋ ਨੋਟਿਸ ਲੈ ਲੈਂਦਾ, ਹਾਈ ਕੋਰਟ ਸੂਓ ਮੋਟੋ ਨੋਟਿਸ ਲੈ ਲੈਂਦਾ। ਤਾਂ ਜਦੋਂ ਸਿੱਖਾਂ 'ਤੇ ਕੋਈ ਮੁਸੀਬਤ ਆਉਂਦੀ ਆ ਤਾਂ ਜਿਹੜਾ ਹਾਈ ਕੋਰਟ ਵੀ ਚੁੱਪ ਆ ਅਤੇ ਸੁਪਰੀਮ ਕੋਰਟ ਵੀ ਚੁੱਪ ਆ। ਤਾਂ ਕਿਸ ਕਿਸਮ ਦੀ ਇਹ ਅਦਾਲਤਾਂ, ਕਿਸ ਕਿਸਮ ਦਾ ਕਾਨੂੰਨ ਆ ਜਿਹੜਾ ਸਾਡੇ 'ਤੇ ਲਾਗੂ ਹੀ ਨਹੀਂ ਹੋ ਰਿਹਾ। ਤਾਂ ਇਸ ਕਰਕੇ 4 ਚਫੇਰੇ ਜੇ ਮੁਸੀਬਤ ਹੈ ਤਾਂ ਸਿੱਖਾਂ ਦੇ ਸਿਰ ਦੇ ਉੱਤੇ। ਸਿੱਖਾਂ ਦਾ ਨਾ ਘਰ ਹੈ ਨਾ ਘਾਟ ਆ। ਮਤਲਬ ਜਿਹੜੀ ਕਹਾਵਤ ਆ ਨਾ ਪੰਜਾਬੀ 'ਚ, ਘਰ 'ਤੇ ਘਾਟ ਹੈ ਨਹੀਂ ਸਿੱਖਾਂ ਦਾ।
ਸਿੱਖਾਂ ਦਾ ਕੋਈ ਵਾਲੀ ਵਾਰਸ ਵੀ ਨਹੀਂ। ਬਹੁਤ ਦੁਖਦਾਈ ਗੱਲ ਹੈ ਕਿ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਆਪਣੇ ਸਵਾਰਥ ਦੇ ਨਾਲ ਬੱਝੀਆਂ ਹੋਈਆਂ। ਸਿਰਫ ਪੰਜਾਬ ਦੇ ਵਿੱਚ ਪੋਲੀਟੀਕਲ ਪਾਵਰ ਲੈ ਕੇ ਪੰਜਾਬ ਨੂੰ ਲੁੱਟਣਾ ਉਹਨਾਂ ਨੇ ਹੈਗਾ। ਅਮਰਿੰਦਰ ਸਿੰਘ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਕੀ ਕਹਿੰਦੇ ਹੁੰਦੇ ਆ ਅਮਿਤ ਸ਼ਾਹ ਨੂੰ ਮਿਲਣ ਜਾਣਾ, ਮੈਂ ਮੋਦੀ ਨੂੰ ਮਿਲਣ ਜਾਣਾ। ਕਿਉਂ ਨਹੀਂ ਅਮਰਿੰਦਰ ਦੀਆਂ ਅੱਖਾਂ ਖੁੱਲੀਆਂ ਇਸ ਦੇ ਉੱਤੇ? ਕਿਉਂ ਨਹੀਂ ਅਮਰਿੰਦਰ ਅਮਿਤ ਸ਼ਾਹ ਨੂੰ ਕਹਿੰਦਾ ਭਾਈ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਗਰੀਬ ਸਿੱਖਾਂ ਦੇ ਉੱਤੇ ਜ਼ਾਤੀ ਕਰ ਰਹੇ ਹੋ ਮੇਘਾਲਿਆ ਦੇ ਵਿੱਚ? ਕਿਉਂ ਨਹੀਂ ਤੁਸੀਂ ਉਸ ਨੂੰ ਰੋਕਦੇ? ਪਰ ਕਿਉਂਕਿ ਸਵਾਰਥ ਇੰਨੇ ਵੱਡੇ ਆ, ਇੰਨਾ ਵੱਡਾ ਮਤਲਬ ਉਹਨਾਂ ਦਾ ਸਵਾਰਥ ਆ ਆਪਣਾ ਆਪ ਦੇ ਲਈ, ਆਪਣੇ ਪਰਿਵਾਰਾਂ ਦੇ ਲਈ, ਆਪਣੇ ਪਰਿਵਾਰਾਂ ਦੇ ਮੈਂਬਰਾਂ ਲਈ। ਦੂਜੇ ਪਾਸੇ ਉਹ ਸੋਚ ਹੀ ਨਹੀਂ ਸਕਦੇ। ਤੋ ਇਹ ਸਿੱਖਾਂ ਦੇ ਲੀਡਰ ਨਹੀਂ, ਇਹ ਸਿਰਫ ਤੇ ਸਿਰਫ ਆਪਣੀ ਮਤਲਬ ਖੱਲ ਬਚਾਉਣ ਦੇ ਲਈ, ਆਪਣੀਆਂ ਜਿਹੜੀਆਂ ਜਿਸ ਕਿਸਮ ਦੀਆਂ ਉਹਨਾਂ ਨੇ ਰਿਸ਼ਵਤਖੋਰੀਆਂ ਕੀਤੀਆਂ, ਧੱਕੇਜੋਰੀਆਂ ਕੀਤੀਆਂ, ਹੇਰਾ ਫੇਰੀਆਂ ਕੀਤੀਆਂ, ਠੱਗੀਆਂ ਕੀਤੀਆਂ, ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਨੀਚੇ ਲੱਗੇ ਰਹਿੰਦੇ ਆ ਸੈਂਟਰ ਦੇ। ਤੋ ਕੋਈ ਵਾਹਦ ਇਸ ਕਿਸਮ ਦਾ ਸਿੱਖਾਂ ਦਾ ਰਹਿਨੁਮਾ ਨਹੀਂ ਹੈ ਜਿਹੜਾ ਸਿੱਖਾਂ ਬਾਰੇ ਸਮੁੱਚੇ ਤੌਰ ਦੇ ਉੱਤੇ ਸੋਚੇ ਔਰ ਸਿੱਖਾਂ ਨੂੰ ਰਾਹਤ ਦਿਵਾਵੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ। ਅਤੇ ਜੇ ਇਸ ਕਿਸਮ ਦੇ ਲੀਡਰ ਘੱਟ ਤੋਂ ਘੱਟ ਆਵਾਜ਼ ਹੀ ਬੁਲੰਦ ਕਰ ਦੇਣ ਦਿੱਲੀ ਵਰਗੀ ਜਗ੍ਹਾ ਦੇ ਉੱਤੇ ਜਾ ਕੇ, ਜਿਸ ਦੇ ਉੱਤੇ ਮੀਡੀਆ ਉਸਨੂੰ ਪਿਕਅਪ ਕਰੇ, ਇੰਟਰਨੈਸ਼ਨਲ ਮੀਡੀਆ ਉਸਨੂੰ ਪਿਕਅਪ ਕਰੇ, ਤਾਂ ਉਸ ਦੇ ਨਾਲ ਲਾਜ਼ਮੀ ਤੌਰ ਦੇ ਉੱਤੇ ਕੋਈ ਰਾਹਤ ਮਿਲੇਗੀ। ਪਰ ਕਿਉਂਕਿ ਇਹ ਲੀਡਰ ਸਾਰੇ, ਚਾਹੇ ਅਮਰਿੰਦਰ ਸਿੰਘ ਆ, ਚਾਹੇ ਚੰਨੀ ਆ, ਚਾਹੇ ਨਵਜੋਤ ਸਿੰਘ ਸਿੱਧੂ ਆ, ਜਾਂ ਦੂਸਰੇ ਆ ਬੀਜੇਪੀ ਦੇ ਲੀਡਰ ਆ, ਇਸੇ ਤਰੀਕੇ ਨਾਲ ਅਕਾਲੀ ਦਲ ਆ, ਸੁਖਬੀਰ ਬਾਦਲ ਆ, ਉਹਨੂੰ ਪਤਾ ਨਹੀਂ ਕੀ ਹੋ ਰਿਹਾ, ਉਹਨੂੰ ਪਤਾ ਸਾਰਿਆਂ ਨੂੰ ਕੀ ਹੋ ਰਿਹਾ, ਪਰ ਚੁੱਪੀ ਸਾਧੀ ਹੋਈ ਆ। ਇਸ ਕਰਕੇ ਚੁੱਪੀ ਸਾਧੀ ਆ ਕਿਉਂਕਿ ਉਹਨਾਂ ਨੇ ਬੜੇ ਘੁਟਾਲੇ ਕੀਤੇ, ਬੜੀਆਂ ਹੇਰਾ ਫੇਰੀਆਂ, ਠੱਗੀਆਂ ਠੋਰੀਆਂ, ਰਿਸ਼ਵਤਖੋਰੀਆਂ ਕੀਤੀਆਂ ਵੀ। ਤਾਂ ਉਹ ਕੋਈ ਵੀ ਗੱਲ ਨਾ ਤਾਂ ਮੋਦੀ ਨੂੰ ਕਹਿਣ ਦੀ ਹਿੰਮਤ ਰੱਖਦੇ ਆ, ਨਾ ਅਮਿਤ ਸ਼ਾਹ ਨੂੰ ਕਹਿਣ ਦੀ ਹਿੰਮਤ ਰੱਖਦੇ ਆ, ਨਾ ਕਿਸੇ ਹੋਰ ਨੂੰ ਕਹਿਣ ਦੀ ਹਿੰਮਤ ਰੱਖਦੇ ਆ। ਬਹੁਤ ਸ਼ੁਕਰੀਆ। ਸੋ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਤਮਾਮ ਮਸਲੇ ਤੇ ਬੜੀ ਬੇਬਾਕੀ ਦੇ ਨਾਲ ਚਰਚਾ ਕੀਤੀ ਹੈ ਕਿ ਬੜੀ ਚਿੰਤਾ ਦੀ ਗੱਲ ਹੈ ਕਿ ਸਾਡੀਆਂ ਸਿਰਮੌਰ ਸੰਸਥਾਵਾਂ ਤੇ ਸਰਕਾਰਾਂ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਵਸਦੇ ਨੇ ਉਹਨਾਂ ਵੱਲ ਧਿਆਨ ਨਹੀਂ ਦੇ ਰਹੀਆਂ। ਜੇ ਉਹ ਧਿਆਨ ਨਹੀਂ ਦੇਣਗੇ ਤਾਂ ਉਹਨਾਂ ਦੀ ਸਾਰ ਕੌਣ ਲਹੇਗਾ? ਤੇ ਇਹ ਬਹੁਤ ਵੱਡਾ ਸਵਾਲ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਸ਼ਿਲੌਂਗ ਦੇ ਸਿੱਖਾਂ ਦੇ ਉੱਪਰ ਇੱਕ ਵੱਡੀ ਤਲਵਾਰ ਲਟਕੀ ਹੋਈ ਹੈ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਚੋਂ, ਜਿੱਥੇ ਉਹ ਲੰਮੇ ਸਮੇਂ ਤੋਂ ਰਹਿ ਰਹੇ ਨੇ, ਪੁਸ਼ਤ ਰਹਿ ਰਹੇ ਨੇ, ਵੀ ਉੱਥੋਂ ਕੱਢਣ ਦੀ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉਸ ਦਾ ਕੋਈ ਸਿੱਟਾ ਕਦੋਂ ਨਿਕਲੇਗਾ? ਹਾਲਾਂਕਿ ਅਦਾਲਤਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਸੁਣਾਏ ਹੋਏ ਨੇ, ਸਟੇ ਮਿਲੀ ਹੋਈ ਹੈ, ਪਰ ਫਿਰ ਵੀ ਅਜਿਹਾ ਵਤੀਰਾ ਕਿਉਂ ਹੈਗਾ ਉੱਥੇ ਦੀ ਸਰਕਾਰ ਦਾ ਜਾਂ ਉੱਥੇ ਦੇ ਪ੍ਰਬੰਧਕਾਂ ਦਾ? ਤਾਂ ਇਹ ਬੜੀ ਚਿੰਤਾ ਦੀ ਗੱਲ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਦਲਜੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।